दस अमर न्यूज़ देख रहे सारे ਸਰੋਤਿਆਂ ਦਾ ਸਵਾਗਤ ਹੈ। ਆਏ ਦਿਨ ਹੀ ਭਰਤੀਆਂ ਦੇ ਘੁਟਾਲੇ ਸਾਹਮਣੇ ਆਉਂਦੇ ਨੇ। ਬੀਤੇ ਕੁਝ ਸਮੇਂ ਪਹਿਲਾਂ ਪੰਜਾਬ ਪੁਲਿਸ ਦੀ ਐਸਆਈ ਦੀ ਭਰਤੀ ਦਾ ਵੀ ਘੁਟਾਲਾ ਸਾਹਮਣੇ ਆਇਆ ਸੀ। ਹੁਣ ਨਾਇਬ ਤਹਿਸੀਲਦਾਰ ਦੀ ਜਿਹੜੀ ਭਰਤੀ ਦਾ ਉਹ ਵੀ ਘੁਟਾਲਾ ਕਿਤੇ ਨਾ ਕਿਤੇ ਸਾਹਮਣੇ ਆ ਰਿਹਾ ਆ। ਸਾਡੇ ਨਾਲ ਨੇ ਆਜ਼ਾਦ ਕੀ ਹੈ ਸਾਰਾ ਮਾਮਲਾ, ਕਿਹੜੀ ਭਰਤੀ ਹੈ, ਕਿੰਨੇ ਇਹਦੇ ਵਿੱਚ ਕੈਂਡੀਡੇਟ ਸੀਗੇ? ਜੀ ਇਹ 78 ਪੋਸਟਾਂ ਲਈ 78000 ਕੈਂਡੀਡੇਟ ਨੇ ਪੇਪਰ ਭਰਿਆ ਸੀ। ਨਾਇਬ ਤਹਿਸੀਲਦਾਰ ਦੀ ਭਰਤੀ ਹੈ ਜੀ। ਠੀਕ ਹੈ ਜੀ। ਇਹ ਆਲ ਵੀ ਘੱਟੋ ਘੱਟ ਨਹੀਂ ਤਾਂ 26-27 ਸਾਲ ਬਾਅਦ ਕੋਈ ਇਹੋ ਜਿਹੀ ਡਾਇਰੈਕਟ ਨਾਇਬ ਤਹਿਸੀਲਦਾਰ ਦੀ ਭਰਤੀ ਆਈ ਸੀਗੀ। ਠੀਕ ਹੈ ਜੀ। ਸਾਡਾ ਜਿਹੜੀ ਇਹ ਮੇਨ ਇਹ ਜਿਹੜਾ ਸਕੈਮ ਦਾ ਜਿਹੜਾ ਇਸ਼ੂ ਸ਼ੁਰੂ ਹੋਇਆ ਸਰ, ਉਹ ਰਿਜ਼ਲਟ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਜਿਹੜੇ ਜਨਰਲ ਕੈਟੇਗਰੀ ਦੇ 19 ਸੀਟਾਂ ਦੇ ਵਿੱਚ 12 ਬੰਦੇ ਜਿਹੜੇ ਸੀਗੇ ਸਿਰਫ ਇੱਕ ਏਰੀਆ ਚੋਂ ਨਿਕਲ ਆਏ, ਜਿਹੜੇ ਕਿ ਮੂਣਕ ਪਾਤੜਾਂ ਦਾ ਏਰੀਆ ਸੀ। ਐਂਡ ਉਹਨਾਂ ਦਾ ਮੂਣਕ ਪਾਤੜਾਂ ਵਿੱਚ ਵੀ ਪਿੰਡ ਜਿਹੜੇ ਸੀਗੇ ਕਿਲੋਮੀਟਰ ਬਹੁਤ ਨੇੜੇ ਸੀ ਉਹਨਾਂ ਦੇ ਪਿੰਡ ਸੀ ਆਪਸ ਵਿੱਚ। ਠੀਕ ਹੈ। ਸੋ ਜਦੋਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ, ਉਹ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਬਿਲਕੁਲ ਜ਼ੀਰੋ ਸੀਗਾ ਕਿ ਜਿਹੜੇ ਪੇਪਰ ਵਿੱਚੋਂ ਕਈ ਪੇਪਰ ਵਿੱਚ ਕਿਸੇ ਵੀ ਪੇਪਰ 'ਚ ਕੁਆਲੀਫਾਈ ਨਹੀਂ ਕਰ ਪਾਏ। 12 ਦੇ 12 ਹੀ, ਇੱਕ ਅੱਧੇ ਦਾ ਕੋਈ ਕੁਆਲੀਫਾਈ ਹੋ ਗਿਆ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ। ਉਹਨਾਂ ਦਾ ਕੁਆਲੀਫਾਈ ਵੀ ਨਹੀਂ ਕਰ ਪਾਉਣਾ ਕਿ ਪ੍ਰੀ ਮੇਨਸ ਤਾਂ ਬਹੁਤ ਵੱਡੀ ਗੱਲ ਹੈ, ਇੱਕ ਪ੍ਰੀ ਵਿੱਚ ਕੁਆਲੀਫਾਈ ਵੀ ਨਹੀਂ ਕਰ ਪਾਉਣਾ ਪਿਛਲੇ ਪੇਪਰਾਂ ਵਿੱਚ। ਤੇ ਨਾਇਬ ਤਹਿਸੀਲਦਾਰ ਦਾ ਪੇਪਰ ਜਿਹੜਾ ਕਿ ਇੱਕ ਪੀਸੀਐਸ ਲੈਵਲ ਦਾ ਪੇਪਰ ਸੀਗਾ, ਐਂਡ ਇਸ ਤੋਂ ਵੀ ਆਪਾਂ ਔਖਾ ਮੰਨ ਸਕਦੇ ਹਾਂ ਕਿਉਂਕਿ ਇਹ 2 ਘੰਟੇ ਵਿੱਚ ਐਡਾ ਵੱਡਾ ਪੇਪਰ ਸੀਗਾ। ਠੀਕ ਹੈ ਜੀ। ਤੇ ਉਹਦੇ ਵਿੱਚ ਇਹ ਬੰਦੇ ਵੇ ਹੈਡ ਕੱਟ ਆਫ ਦੇ ਨਾਲ ਤੇ ਇੰਨੇ ਮਾਰਕਸ ਲੈ ਜਾਂਦੇ ਆ ਕਿ ਜਿਹੜਾ ਕਿ ਇੱਕ ਬਹੁਤ ਵੱਡਾ ਸ਼ੱਕ ਕ੍ਰੀਏਟ ਕਰਦੇ ਆ। ਉਹ ਫਿਰ ਜਿਹੜੇ ਇਤਫਾਕ ਬਣ ਗਏ ਕਿ ਇਹ ਇੱਕੋ ਏਰੀਏ ਦੇ ਨੇ। ਠੀਕ ਹੈ। ਇਹਨਾਂ ਦੇ ਮਾਰਕਸ ਬਹੁਤ ਘੱਟ ਨੇ ਪੁਰਾਣੇ ਪੇਪਰਸ ਵਿੱਚ, ਤੇ ਇਸ ਪੇਪਰ ਵਿੱਚ ਮਾਰਕਸ ਬਹੁਤ ਜ਼ਿਆਦਾ ਨੇ। ਐਂਡ ਜਿਹੜੇ ਰੈਗੂਲਰ ਟੌਪਰ ਨੇ, ਜਿਹੜੇ ਹਰ ਪੇਪਰ ਨੂੰ ਟੌਪ ਕਰਦੇ ਨੇ, ਉਹਨਾਂ ਦੇ ਇਸ ਪੇਪਰ ਨਾਇਬ ਤਹਿਸੀਲਦਾਰ ਦੇ ਵਿੱਚ ਵੀ ਇੱਕ ਕਾਮਨ ਮਾਰਕਸ ਨੇ, ਨੇੜੇ ਮਾਰਕਸ ਨੇ, ਪਰ ਉਹ ਇਹਨਾਂ ਟੌਪਰਸ ਨਾਲੋਂ ਬਹੁਤ ਪਿੱਛੇ ਨੇ। ਠੀਕ ਹੈ ਜੀ। ਸੋ ਇਹ ਜਿਹੜੇ ਇਤਫਾਕ ਸੀ, ਇਹ ਇਤਫਾਕ ਆਪਸ ਵਿੱਚ ਗੁਣਾ ਹੋ ਕੇ ਇਹ ਸੱਚਾਈ ਬਣ ਗਈ ਕਿ ਕੁਛ ਨਾ ਕੁਛ ਸਕੈਮ ਹੋਇਆ। ਤੁਹਾਨੂੰ ਇਹ ਕਦੋਂ ਮਤਲਬ ਸ਼ੰਕਾ ਹੋਈ ਜਦੋਂ ਰਿਜ਼ਲਟ ਆਇਆ? ਕਿਵੇਂ ਫਿਰ ਤੁਸੀਂ ਇਹਦੀ ਇਨਵੈਸਟੀਗੇਸ਼ਨ ਕੀਤੀ ਆਪਣੇ ਲੈਵਲ ਤੇ? ਇਹ ਸਾਰਾ ਕੁਝ ਹੀ ਕੈਂਡੀਡੇਟਸ ਨੇ ਆਪਣੇ ਲੈਵਲ ਤੇ ਕੀਤਾ। ਸਾਨੂੰ ਕੈਂਡੀਡੇਟਸ ਹੀ ਫੋਨ ਕਰਦੇ ਆ, ਸਰ ਅਸੀਂ ਆਹ ਤੁਹਾਨੂੰ ਡਾਟਾ ਇੱਕ ਹੋਰ ਭੇਜਦੇ ਹਾਂ, ਆਹ ਕੈਂਡੀਡੇਟ ਸਾਨੂੰ ਜਾਣਦਾ, ਅਸੀਂ ਤੁਹਾਨੂੰ ਭੇਜਦੇ ਹਾਂ। ਇਹ ਕੈਂਡੀਡੇਟਸ ਨੇ ਆਪਦੇ ਲੈਵਲ 'ਤੇ ਹੀ ਸਾਰਾ ਡਾਟਾ ਇਕੱਠਾ ਕੀਤਾ, ਉਹਨੂੰ ਅਥੈਂਟੀਕੇਟ ਵੀ ਕੈਂਡੀਡੇਟਸ ਨੇ ਆਪਦੇ ਲੈਵਲ 'ਤੇ ਹੀ ਕੀਤਾ ਕਿ ਹਾਂ ਵੀ ਅਸੀਂ ਕਿਤੇ ਵੀ ਜਾ ਰਹੇ ਹਾਂ ਸੱਚਾਈ ਨਾਲ ਹੀ ਜਾਣਾ। ਜਿਹੜੇ ਵੀ ਕਾਗਜ਼ ਲੈ ਕੇ ਤੁਰੇ ਫਿਰ ਰਹੇ ਹਾਂ, ਜਿੰਨੇ ਵੀ ਡਾਕੂਮੈਂਟ ਲੈ ਕੇ, ਸਾਰੇ ਸੱਚੇ ਨੇ। ਠੀਕ ਹੈ। 12 ਬੰਦਿਆਂ ਦਾ ਜਿਹੜਾ ਡਾਟਾ ਅਸੀਂ ਖੁਦ ਤਿਆਰ ਕੀਤਾ, ਸਾਨੂੰ ਕਿਸੇ ਇਨਵੈਸਟੀਗੇਟਿਵ ਏਜੰਸੀ ਦੀ ਕੋਈ ਹੈਲਪ ਨਹੀਂ ਮਿਲੀ। ਠੀਕ ਹੈ। ਵੀ ਇਹ ਸਾਰਾ ਕੁਝ ਕੈਂਡੀਡੇਟਸ ਦਾ ਹੀ ਬਣਾਇਆ ਹੋਇਆ, ਐਂਡ ਇਹ ਅੱਜ ਤੱਕ ਇਹਦੀ ਸੱਚਾਈ ਇਹੀ ਹੈ ਜੀ ਅੱਜ ਤੱਕ ਇਹਦੇ ਅਗੇਂਸਟ ਕੋਈ ਨਹੀਂ ਖੜਾ ਹੋਇਆ ਇਹਨਾਂ ਕਾਗਜ਼ਾਂ ਦੇ ਅਗੇਂਸਟ ਜੀ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜੀ ਸੁਨੀਲ ਗਰਗ। ਸੁਨੀਲ ਜੀ, ਕਿਵੇਂ ਦੇਖਦੇ ਹੋ ਮਈ ਮਹੀਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ 'ਚ ਆਉਂਦੀ ਹੈ, ਉਦੋਂ ਬਾਅਦ ਭਰਤੀ ਨਿਕਲਦੀ ਹੈ, ਪੇਪਰ ਐਗਜ਼ਾਮ ਹੁੰਦਾ ਹੈ, ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਘੁਟਾਲਾ ਨਜ਼ਰ ਆ ਰਿਹਾ? ਦੇਖੋ ਸਰ, ਸਰਕਾਰ ਦੀ ਮੰਨਿਆ ਕਿ ਇਹ ਪਹਿਲੀ ਭਰਤੀ ਹੈ, ਪਰ ਪੀਪੀਐਸਸੀ ਦੀ ਤਾਂ ਨਹੀਂ ਪਹਿਲੀ ਭਰਤੀ ਨਾ। ਪੀਪੀਐਸਸੀ ਪਹਿਲਾਂ ਵੀ ਸਵਾਲਾਂ ਦੇ ਘੇਰੇ 'ਚ ਆਉਂਦਾ ਰਿਹਾ, ਪਰ ਇਹ ਸਿਰਫ ਸਵਾਲ ਨਹੀਂ ਗੇ, ਇਹ ਪ੍ਰੋਪਰ ਦੋਸ਼ ਨਹੀਂ, ਇਹ ਸਬੂਤ ਨੇ। ਜੇ ਹੁਣ ਵੀ ਤੁਸੀਂ ਸਬੂਤਾਂ ਨੂੰ ਸਾਈਡ 'ਤੇ ਰੱਖ ਕੇ ਚੁੱਪੀ ਹੀ ਵਰਤਣੀ ਹੈ, ਫਿਰ ਪੁਰਾਣੀਆਂ ਸਰਕਾਰਾਂ ਦੇ ਸਰਕਾਰ 'ਚ ਕੀ ਫਰਕ ਹੋਇਆ? ਨਵੀਂ ਸਰਕਾਰ ਜਦੋਂ ਆਈ, ਸਾਰੇ ਪੰਜਾਬ ਦੇ ਯੂਥ ਨੂੰ ਇਸ ਸਰਕਾਰ ਤੋਂ ਆਸ ਹੈ ਕਿ ਇਹ ਸਰਕਾਰ ਪੰਜਾਬ ਦੇ ਯੂਥ ਨੂੰ ਇੱਕ ਨਿਆਂ ਦੇਊਗੀ। ਜਿਹੜੇ ਬੱਚੇ ਪੜ੍ਹਨ ਵਾਲੇ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਪੜ੍ਹ ਕੇ ਇੱਥੇ ਸੈਟਲ ਹੋਈਏ, ਅਸੀਂ ਬਾਹਰ ਨਹੀਂ ਜਾਣਾ, ਉਹਨਾਂ ਨੂੰ ਇੱਕ ਨਿਆਂ ਦੇਊਗੀ। ਤਾਂ ਇਹ ਸਰਕਾਰ ਕੋਲ ਮੌਕਾ ਕਿ ਉਹ ਆਪਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਜਿਹੜੀਆਂ ਗਲਤੀਆਂ ਨੇ, ਜਿਹੜੇ ਉਹਨਾਂ ਦੇ ਲੂਪ ਹੋਲਸ ਨੇ, ਉਹਨਾਂ ਨੂੰ ਦੂਰ ਕਰਕੇ ਇੱਕ ਚੰਗਾ ਬਿਹਤਰ ਸਿਸਟਮ ਬਣਾਏ। ਅਤੇ ਇਸ ਭਰਤੀ ਤੋਂ ਉਹ ਸਟਾਰਟ ਕਰ ਸਕਦੇ ਨੇ। ਇਸ ਭਰਤੀ ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਕਿ ਕੀ ਲੂਪ ਹੋਲਸ ਨੇ, ਪੀਪੀਐਸਸੀ ਦੇ ਕੀ ਲੂਪ ਹੋਲਸ ਨੇ, ਉਹ ਸਾਰਿਆਂ ਨੂੰ ਇੱਕ ਦੂਰ ਕਰਕੇ ਇੱਕ ਇਹੋ ਜਿਹਾ ਸਿਸਟਮ ਬਣਾਉਣ ਜਿਹਦੇ ਕਰਕੇ ਅੱਗੇ ਤੋਂ ਇੱਦਾਂ ਦਾ ਕੋਈ ਮੌਕਾ ਹੀ ਨਾ ਮਿਲੇ। ਹੁਣ ਇਹ ਜਦੋਂ ਭਰਤੀ ਹੋਈ ਆ, ਇਹ 'ਤੇ ਆਪਾਂ ਇੰਨੇ ਸਵਾਲ ਚੁੱਕੇ। ਪੀਪੀਐਸਸੀ ਨੇ ਸਿੰਪਲ ਇੱਦਾਂ ਕਹਿਤਾ ਕਿ ਜੀ ਸਾਡੀ ਤਾਂ ਭਰਤੀ ਦੇ ਵਿੱਚ ਕੁਛ ਹੁੰਦਾ ਨਹੀਂ ਗਾ, ਇਹ ਜਵਾਕ ਇੱਦਾਂ ਹੀ ਸਵਾਲ ਚੱਕੀ ਜਾ ਰਹੇ ਨੇ। ਅਤੇ ਸਰਕਾਰ ਵੱਲੋਂ ਅਫੀਸ਼ੀਅਲੀ ਇਸ ਉੱਤੇ ਕੋਈ ਕਮਿਊਨੀਕੇਸ਼ਨ ਨਹੀਂ ਆਈ। ਲਗਭਗ 1 ਮਹੀਨਾ ਹੋ ਗਿਆ ਸਾਨੂੰ ਇਸ ਮੁੱਦੇ 'ਤੇ ਹਰ ਅਲੱਗ-ਅਲੱਗ ਲੈਵਲ 'ਤੇ ਸਵਾਲ ਚੁੱਕਦੇ ਹੋਏ, ਐਮਐਲਏ ਲੈਵਲ ਤੋਂ ਲੈ ਕੇ ਸੀਐਮ ਤੱਕ ਜਾਂਦੇ ਹੋਏ, ਛੋਟੀ ਅਥਾਰਟੀ ਤੋਂ ਲੈ ਕੇ ਪੀਪੀਐਸਸੀ ਤੋਂ ਲੈ ਕੇ ਐਫਸੀਆਰਏ ਤੱਕ ਪਹੁੰਚ ਕਰਦੇ ਹੋਏ, ਪਰ ਸਰਕਾਰ ਨੇ ਇਸ ਮੁੱਦੇ 'ਤੇ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਜਾਂ ਅਫੀਸ਼ੀਅਲ ਡੈਲੀਗੇਸ਼ਨ ਲਾ ਕੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿ ਹਾਂਜੀ ਇਸ ਮੁੱਦੇ 'ਤੇ ਅਸੀਂ ਦੇਖ ਰਹੇ ਹਾਂ। ਤਾਂ ਸਾਨੂੰ ਸਰਕਾਰ ਤੋਂ ਹਜੇ ਤੱਕ ਤਾਂ ਆਸ ਹੀ ਹੈ ਕਿ ਉਹ ਇੱਕ ਆਪਣੇ ਲੈਵਲ 'ਤੇ ਚੰਗੇ ਲੈਵਲ 'ਤੇ ਇਨਕੁਆਇਰੀ ਬਿਠਾਉਣਗੇ ਤਾਂ ਕਿ ਦੋਸ਼ੀ ਫੜੇ ਜਾਣ। ਜਿਹੜੇ ਅਸੀਂ ਤੁਹਾਨੂੰ ਪੈਟਰਨ ਦੱਸਿਆ ਕਿ ਹਾਂ ਪੁਰਾਣੇ ਪੇਪਰਾਂ 'ਚੋਂ ਫੇਲ ਹੋਣਾ ਅਤੇ ਕਿ ਸੇਮ ਏਰੀਏ ਦੇ ਵਿੱਚ ਆਉਣਾ, ਇਹ ਕੋਈ ਨਵਾਂ ਪੈਟਰਨ ਨਹੀਂ ਗਾ। ਲੋਕਲ ਬਾਡੀਜ਼ 2016 ਵਾਲਾ ਜਿਹੜਾ ਪੇਪਰ ਹੋਇਆ ਸੀ, ਉਹਦੇ ਵਿੱਚ ਵੀ ਸੇਮ ਪੈਟਰਨ 'ਤੇ ਜਦੋਂ ਵਿਜੀਲੈਂਸ ਬਿਊਰੋ ਨੇ ਇਨਕੁਆਇਰੀ ਕੀਤੀ, ਉਹਨਾਂ ਨੇ 40 ਬੰਦਿਆਂ ਦਾ FIR ਕੀਤੀ ਆ। ਜੰਮੂ ਕਸ਼ਮੀਰ ਦਾ SI ਦੇ ਪੇਪਰ ਦੇ ਵਿੱਚ CBI ਪ੍ਰੂਵ ਕਰ ਰਹੀ ਆ, ਉਹਦੇ ਵਿੱਚ ਵੀ ਸੇਮ ਇਸ਼ੂ ਸੀ ਕਿ ਪੁਰਾਣੇ ਪੇਪਰਾਂ 'ਚ ਬੱਚੇ ਫੇਲ ਸੀ ਅਤੇ SI ਦੇ ਵਿੱਚ ਟੌਪ ਕਰ ਰਹੇ ਸੀ। ਅਤੇ ਉਹ ਵੀ ਕੁਛ ਬੱਚੇ ਤਾਂ ਆਪਸ ਦੇ ਵਿੱਚ ਰਿਸ਼ਤੇਦਾਰ ਸੀ, ਇੱਥੇ ਵੀ ਕੁਛ 2-3 ਬੱਚੇ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ। ਸੇਮ ਪਿੰਡਾਂ ਦੀ ਗੱਲ ਛੱਡੋ, ਉਹ ਆਪਸ 'ਚ ਰਿਸ਼ਤੇਦਾਰ ਵੀ ਨੇ। ਅਤੇ ਜਦੋਂ ਇਹ ਤੁਹਾਡੇ ਕੋਲ
ਪੂਰੇ ਸਬੂਤ ਨੇ, ਤੇ ਇਸ ਤੋਂ ਬਾਅਦ ਵੀ ਜੇ ਤੁਸੀਂ ਚੁੱਪੀ ਵਰਤਣੀ ਆ ਫਿਰ ਬੱਚਿਆਂ ਨੇ ਤਾਂ ਫਾਈਲਾਂ ਲਵਾ ਕੇ ਬਾਹਰ ਹੀ ਜਾਣੀਆਂ ਨਾ। ਬਿਲਕੁਲ ਹਾਂਜੀ। ਪਿਆਰੇ ਲਾਲ ਗਰਗ ਨੇ, ਡਾਕਟਰ ਪਿਆਰੇ ਲਾਲ ਗਰਗ ਸਾਹਿਬ, ਕਿਵੇਂ ਦੇਖਦੇ ਹੋ ਬੱਚੇ ਇੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਦੇ ਨੇ, ਫਿਰ ਕਿਤੇ ਜਾ ਕੇ ਪੇਪਰ ਨਿਕਲਦੇ ਨੇ, ਫਿਰ ਉਹ ਤਿਆਰੀ ਕਰਦੇ ਨੇ, ਯਾਰ ਐਗਜ਼ਾਮ ਨਿਕਲਿਆ ਆ, ਕੀ ਪਤਾ ਸਾਨੂੰ ਨੌਕਰੀ ਮਿਲ ਜੇ, ਕਿਵੇਂ ਦੇਖਦੇ ਹੋ ਸਾਰਾ ਮਾਮਲਾ? ਪਹਿਲਾਂ SI ਦਾ ਸਕੈਂਡਲ ਸਾਹਮਣੇ ਆਇਆ, ਹੁਣੇ ਦੇਖੋ ਗੱਲ ਇਹ ਹੈ ਵੀ ਨੌਕਰੀਆਂ ਅੱਜ ਕੱਲ੍ਹ ਨਾ ਬਹੁਤ ਹੀ ਜ਼ਿਆਦਾ ਇਹੋ ਜਿਹੀ ਕੌੜੀ ਹੈ ਜਿਹੜੀ ਲੱਭਣੀ ਔਖੀ ਹੈ, ਕਿਉਂਕਿ ਇਹ ਔਖੀ ਹੈ। ਇਹਦੇ ਵਿੱਚ ਫਿਰ ਬੰਦੇ ਦਾ ਮਨ ਲਲਚਾਉਂਦਾ ਹੈ, ਉਹ ਗਿਰਨ ਨੂੰ ਤਿਆਰ ਹੋ ਜਾਂਦਾ ਹੈ। ਮਾਫੀਆ ਪਹਿਲਾਂ ਹੀ ਤੁਰਿਆ ਫਿਰਦਾ ਹੈ, ਜਿਵੇਂ ਨਸ਼ੇ ਲੱਗ ਰਹੇ ਨੇ ਇਸ ਤਰ੍ਹਾਂ ਹੀ ਉਹ ਮਾਫੀਆ ਤੁਰਿਆ ਫਿਰਦਾ ਹੈ। ਹੁਣ ਉਹਨੂੰ ਕੰਟਰੋਲ ਕਰਨ ਦੀ ਲੋੜ ਹੁੰਦੀ ਹੈ। ਇਹ ਸਰਕਾਰ ਆਈ ਸੀ, ਇਹ ਸਰਕਾਰ ਕਹਿੰਦੀ ਹੈ ਕਿ ਅਸੀਂ ਇਨਸਾਫ ਦੇਵਾਂਗੇ, ਅਸੀਂ ਭ੍ਰਿਸ਼ਟਾਚਾਰ ਦੂਰ ਕਰਾਂਗੇ। ਆਹ ਭ੍ਰਿਸ਼ਟਾਚਾਰ ਸਾਹਮਣੇ ਦਿਖਦਾ ਹੈ। ਇਹਦਾ ਮੈਂ ਇੱਕ ਸਰਕਾਰ ਦੇ ਵਾਸਤੇ ਦੱਸ ਸਕਦਾ, ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਜਦ ਹਰਚੰਦ ਸਿੰਘ ਬਰਾੜ ਬਣੇ, ਉਹ ਹਾਲਾਂਕਿ ਪਹਿਲਾਂ ਆਪ ਹੈਲਥ ਮਿਨਿਸਟਰ ਸੀਗੇ, ਇੱਕ ਸਕੈਮ ਸੀ ਦਵਾਈਆਂ ਦੇ ਖਰੀਦਣ ਦਾ, ਮੈਂ ਜਨਰਲ ਸੈਕਟਰੀ ਹੁੰਦਾ ਆਪਦੀ ਐਸੋਸੀਏਸ਼ਨ ਦਾ, ਅਸੀਂ ਉਹ ਦਿਖਾਇਆ ਸੀ ਵੀ ਆਹ ਸਕੈਮ ਹੈ ਦਵਾਈਆਂ ਖਰੀਦਣ ਦਾ, ਅਤੇ ਉਹ ਪ੍ਰਿੰਸੀਪਲ ਸੈਕਟਰੀ ਉਹਨਾਂ ਨਾਲ ਲੱਗੇ। ਉਹ ਹਰਚੰਦ ਸਿੰਘ ਬਰਾੜ ਕਹਿੰਦੇ ਵੀ ਮੈਂ ਕਿਵੇਂ ਆਪਦੀ ਭੱਦ ਬਣਾ ਸਕਦਾ, ਕਹਿੰਦਾ ਇੱਕ ਆਹ ਗੱਲ ਹੈ ਵੀ ਡਾਇਰੈਕਟਰ ਨੂੰ ਸਸਪੈਂਡ ਕਰ ਦਿਓ। ਉਹ ਡਾਇਰੈਕਟਰ ਸਸਪੈਂਡ ਕਰਤਾ, ਉਹਦੀ ਪੈਨਸ਼ਨ ਹੋਣ ਤੱਕ ਬਹਾਲ ਨਹੀਂ ਹੋਇਆ, ਅੱਜ ਤੱਕ ਵੀ ਉਹਦੀ ਪੈਨਸ਼ਨ ਨਹੀਂ ਹੋਈ, ਹਾਈ ਕੋਰਟ 'ਚ ਵੀ ਜਾ ਆਇਆ, ਕਿਉਂਕਿ ਸਕੈਮ ਹੀ ਵੱਡਾ ਸੀ। ਸੋ ਇਸੇ ਤਰ੍ਹਾਂ ਇਹ ਐਡਾ ਵੱਡਾ ਸਕੈਮ ਹੈ ਔਰ ਐਡੀ ਜ਼ਿੰਮੇਵਾਰ ਪੋਸਟ ਦੀ ਭਰਤੀ ਹੈ ਕਿ ਜੇ ਭਗਵੰਤ ਮਾਨ ਜੀ, ਅਸੀਂ ਨਹੀਂ ਕਹਿੰਦੇ ਉਹ ਬੇਈਮਾਨ ਨੇ, ਇਮਾਨਦਾਰ ਨੇ, ਉਹ ਤਾਂ ਉਹੀ ਜਾਣਨ ਜਾਂ ਲੋਕ ਜਾਣਦੇ ਨੇ, ਪਰ ਬਤੌਰ ਮੁੱਖ ਮੰਤਰੀ ਜੋ ਵੀ ਨੇ ਉਹਨਾਂ ਦੀ ਡਿਊਟੀ ਬਣਦੀ ਹੈ, ਬ੍ਰਹਮ ਸ਼ੰਕਰ ਜਿੰਪਾ ਜੀ ਦੀ ਡਿਊਟੀ ਬਣਦੀ ਹੈ ਕਿ ਇਸ ਭਰਤੀ ਨੂੰ ਹੁਣੀ ਰੱਦ ਕਰਨ ਪਹਿਲਾ ਕੰਮ। ਦੂਜੀ ਗੱਲ ਜੁਡੀਸ਼ੀਅਲ ਪ੍ਰੋਵ ਕਰਾਉਣ, ਤਾਂ ਕਿ ਨਾ ਤਾਂ ਜੇ ਸਰਕਾਰੀ ਅਧਿਕਾਰੀ ਕੋਈ ਮਿਲ ਕੇ ਕਰਦੇ, ਕਿਸੇ ਦਾ ਗਾਹਾਂ ਰਿਸ਼ਤੇਦਾਰ ਹੋਵੇ, ਕਿਸੇ ਨੂੰ ਹੋਵੇ ਤੇਰੇ ਬੱਚੇ ਨੂੰ ਲਾ ਦਿੰਦਾ ਯਾਰ PPSC ਦੇ ਰਾਹੀਂ ਤਾਂ 7 PCS ਦੀਆਂ ਪੋਸਟਾਂ ਵੀ ਮਿਲਦੀਆਂ ਨੇ, ਬਾਅਦ 'ਚੋਂ IAS ਬਣ ਜੇ। ਜੁਡੀਸ਼ੀਅਲ ਪ੍ਰੋਵ ਕਰਾਇਆ ਜਾਵੇ, ਇਹਨੂੰ ਭਰਤੀ ਨੂੰ ਕਰਨ ਬੰਦ। ਉਹਨਾਂ ਦੀ ਘੱਟੋ ਘੱਟ ਇਹ ਛਵੀ ਬਣ ਜਾਏਗੀ ਵੀ ਯਾਰ ਬੜੇ ਇਮਾਨਦਾਰੀ ਨਾਲ ਜੇ ਸਾਹਮਣੇ ਆਇਆ ਤਾਂ ਕਰਤਾ। ਮੈਂ ਇਹ ਨਹੀਂ ਕਹਿੰਦਾ ਕਦੇ ਗਲਤੀ ਨਹੀਂ ਹੁੰਦੀ, ਗਲਤੀ ਕਿਸੇ ਤੋਂ ਵੀ ਹੁੰਦੀ ਹੈ ਇੱਥੇ, ਪਰ PPSC ਦਾ ਕਸੂਰ ਹੈ। PPSC ਨੇ ਬਿਲਕੁਲ ਚੁੱਪ ਵੱਟ ਲਈ, ਚੁੱਪ ਹੀ ਨਹੀਂ ਬਲਕਿ ਇਹ ਕਿਹਾ ਬਾਬਰ ਕੇ ਵੀ ਇੱਥੇ ਤਾਂ ਕੋਈ ਗਲਤੀ ਹੋਈ ਨਹੀਂ, ਐਵੇਂ ਰੌਲਾ ਪਾਉਂਦੇ ਨੇ। ਇਹ ਗੱਲ ਮੈਂ ਕਿਉਂ ਕਹਿਣਾ, 2005 'ਚ ਵਾਈਸ ਚਾਂਸਲਰ ਨੇ ਖੁਦ ਪੇਪਰ ਵੀ ਕਰਿਆ PMT ਦਾ, ਅਤੇ ਨਾਲ ਕਹੀ ਜਾਵੇ ਤਾਂ ਐਵੇਂ ਰੌਲਾ ਪਾਉਂਦੇ ਨੇ। ਜਦ ਪ੍ਰੈਸ ਨੇ ਤੁਹਾਡੇ ਵਰਗਿਆਂ ਨੇ ਪੇਪਰ ਛਾਪ ਹੀ ਦਿੱਤਾ ਵੀ ਆਹ ਲੀਕ ਹੋਇਆ ਸੀ, ਉਦੋਂ ਰਾਤ ਨੂੰ ਰਿਜ਼ਲਟ ਕੱਢਤਾ ਪੇਪਰ ਛਪੇ ਦੇ ਬਾਵਜੂਦ। ਅਤੇ ਮੈਨੂੰ ਕਿਸੇ ਨੇ ਪੁੱਛਿਆ ਵੀ ਰਿਜ਼ਲਟ ਕਿਉਂ ਕੱਢਿਆ, ਮੈਂ ਕਿਹਾ ਪੈਸੇ ਲੈਣ ਵਾਸਤੇ, ਵੀ ਮੈਂ ਤਾਂ ਰਿਜ਼ਲਟ ਕੱਢਤਾ ਯਾਰ, ਹੁਣ ਮੈਂ ਕੀ ਕਰਾਂ। ਦੂਜੇ ਦਿਨ ਉਹ ਪੇਪਰ ਕੈਂਸਲ ਹੋ ਗਿਆ। ਜੇ ਐਂ ਪੇਪਰ ਛਪੇ ਤੋਂ ਬਾਅਦ ਕੈਂਸਲ ਕਰਾਉਣਾ, ਫਿਰ ਸਰਕਾਰ ਦੀ ਕੋਈ ਇੱਜ਼ਤ ਨਹੀਂ ਹੁੰਦੀ। ਇੱਜ਼ਤ ਉਦੋਂ ਹੁੰਦੀ ਹੈ ਤੁਹਾਡੇ ਸਾਹਮਣੇ ਆਇਆ ਵੀ ਇਹ ਚੋਰੀ ਹੋਈ ਹੈ, ਨਾਲ ਦੀ ਨਾਲ ਉਹ ਨਿਪਰੀ ਬਲਨ ਦੀ ਵੱਢ। ਗਰਗ ਸਾਹਿਬ, ਪਰ ਆਹ ਤਹਿਸੀਲਾਂ ਦੇਖੀਏ, ਮੂਣਕ ਸਮਾਣਾ, ਮੂਣਕ ਹਰਿਆਣਾ, ਪਤਨਾ ਹਰਿਆਣਾ, ਇਹ ਸਾਰਾ ਇੱਕੋ ਹੀ ਏਰੀਆ ਸਾਰਾ ਸਕੈਮ ਕਰਕੇ ਏਰੀਆ ਨਹੀਂ। ਇਸ ਏਰੀਆ 'ਚ ਤਾਂ ਵਿਚਾਰਿਆਂ ਦੇ 10ਵੀਂ 'ਚ ਨੰਬਰ ਨਹੀਂ ਆਉਂਦੇ, 12ਵੀਂ 'ਚ ਨਹੀਂ ਆਉਂਦੇ। ਮੈਂ ਡੈਂਟਲ ਕਾਲਜ ਦੇ ਵਿੱਚ ਦਾਖਲ ਹੁੰਦੇ ਦੇਖੇ ਨੇ, ਪੈਸੇ ਦੇ ਕੇ ਦਾਖਲ ਹੁੰਦੇ ਸੀ। ਇਹਨਾਂ ਦੇ MBBS 'ਚ ਬਹੁਤ ਘੱਟ ਬੱਚੇ ਆਉਂਦੇ ਨੇ। ਇਹ ਪੂਰਾ ਸਕੈਮ ਹੈ। ਇਹ ਸਕੈਮ ਨੂੰ ਐਕਸਪੋਜ਼ ਕਰਨਾ ਜ਼ਰੂਰੀ ਹੈ। ਜਿੱਥੇ ਤਾਂ 1000 ਤੇ ਭਰਤੀ ਹੋਣੀਆਂ ਤੇ 12-13 ਹਜ਼ਾਰ ਬੱਚਾ ਅਪੀਲ ਹੋਇਆ, ਉੱਥੇ ਤਾਂ ਫਿਰ ਵੀ ਕਿਤੇ ਨਾ ਕਿਤੇ, ਜਿੱਥੇ 77-78 ਹਜ਼ਾਰ ਬੱਚਾ ਅਰਜੀ ਦਿੰਦਾ ਹੈ ਤੇ ਪੋਸਟਾਂ ਤੁਸੀਂ 77 ਭਰਨੀਆਂ ਨੇ, ਉਹ ਨਾਇਬ ਤਹਿਸੀਲਦਾਰ ਦੀਆਂ 21 ਪੋਸਟਾਂ ਨੇ ਸਾਰੀਆਂ ਹੀ, 21 ਜਨਰਲ ਦੀਆਂ 19, ਤੇ ਉੱਥੇ ਤਾਂ ਫਿਰ ਤੁਸੀਂ 19 ਚੋਂ 12 ਬੰਦੇ ਇਹ ਆ ਜਾਣ ਪਹਿਲੇ ਰੈਂਕਸ ਦੇ ਵਿੱਚ, 21 ਦੇ ਵਿੱਚ, ਤੇ ਇਹ ਬੜੀ ਹੈਰਾਨੀ ਦੀ ਗੱਲ ਹੈ। ਹੈਰਾਨੀ ਨਹੀਂ, ਇਹ ਸਕੈਮ ਹੀ ਹੈ। ਹੈਰਾਨੀ ਤਾਂ ਹੁੰਦੀ ਹੈ ਜੇ ਕੋਈ ਆਡੋਕਾਰ ਗੱਲ ਹੋਈ ਹੋਵੇ। ਇਹ ਆਡੋਕਾਰ ਨਹੀਂ, ਇਹ ਸਕੈਮ ਹੈ। PPSC ਸਕੈਮ ਕਰਦਾ। ਉਹਨਾਂ ਨੇ ਪਬਲਿਕ ਐਨਾਲਿਸਟ ਦੀ ਪੋਸਟ ਦੇ ਵਿੱਚ ਵੀ ਇੱਦਾਂ ਹੀ ਕਰਿਆ। ਉਹ ਹਰ ਸਕੈਮ ਕਰਦੇ ਨੇ। ਉਹ ਸਕੈਮ ਦਾ ਇੱਕ ਨਵਾਂ ਤਰੀਕਾ ਉਹਨਾਂ ਨੇ ਲੱਭਿਆ ਹੈ, ਬੰਦਿਆਂ ਨੂੰ ਬਣਾ ਕੇ ਸੌਦੇਬਾਜ਼ੀ ਕਰਨੀ। ਜਿਵੇਂ ਕੋਈ ਕਿਸੇ ਨੇ, ਇੱਕ ਲਾਈਨ 'ਚ ਮੈਂ ਕਹਾਂਗਾ, ਜੇ ਕਿਸੇ ਨੇ ਰਿਸ਼ਵਤ ਲੈਣੀ ਹੋਵੇ ਪਹਿਲਾਂ ਦਬਕਾ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹਨਾਂ ਨੇ ਇੱਕ ਪਹਿਲਾਂ ਰਿਜ਼ਲਟ ਕੱਢ ਦਿੰਦੇ ਨੇ ਵੀ ਇੰਨਾ ਆ ਬੰਦੇ ਕੁਆਲੀਫਾਈ ਕਰ ਗਏ, ਫਿਰ ਇਹਨਾਂ ਨੂੰ ਸੌਦਾ ਲਾਉਣ ਤੁਰ ਪੈਂਦੇ ਨੇ। ਉਹ MR ਸ਼ੀਟ ਇਹ ਨਹੀਂ ਦਿਖਾਉਣ ਨੂੰ ਤਿਆਰ, ਰਿਜ਼ਲਟ ਇਹ ਨਹੀਂ ਦਿਖਾਉਣ ਨੂੰ ਤਿਆਰ, ਪਹਿਲਾ ਰਿਜ਼ਲਟ ਇਹ ਨਹੀਂ ਦਿਖਾਉਣ ਨੂੰ ਤਿਆਰ। ਇਹ ਪਬਲਿਕ 'ਚ ਕਿਉਂ ਨਾ ਹੋਵੇ? ਜਦ ਤੁਸੀਂ ਰਿਜ਼ਲਟ ਕੱਢਤਾ ਉਦੋਂ ਬਾਅਦ ਤਾਂ ਪਬਲਿਕ ਡੋਮੇਨ 'ਚ ਪਲੇਸ ਕਰ ਦਿਓ ਨਾ ਵੀ ਭਾਈ ਅਸੀਂ ਬੜੀ ਇਮਾਨਦਾਰੀ ਨਾਲ ਕਰਿਆ। ਤੁਸੀਂ ਉਂਝ ਹੀ ਕਹੀ ਜਾਣੋ ਵੀ ਅਸੀਂ ਇਮਾਨਦਾਰ ਹਾਂ। ਸੋ ਇਸ ਕਰਕੇ ਇਸ ਦੇ ਉੱਤੋਂ ਪਰਦਾ ਉਠਾਉਣਾ ਜ਼ਿਆਦਾ ਜ਼ਰੂਰੀ ਹੈ। ਜੇ ਇਹ ਪਰਦਾ ਨਾ ਉੱਠਿਆ ਤਾਂ ਪੰਜਾਬ ਦਾ ਅਗਲੇ 50 ਸਾਲ ਵਾਸਤੇ ਭਵਿੱਖ ਹੀ ਖਰਾਬ ਨਹੀਂ ਹੋਏਗਾ। ਇੱਥੋਂ ਦੀ ਜਵਾਨੀ ਹੋਰ ਖਰਾਬ ਹੋਏਗੀ, ਬੇਚੈਨੀ ਹੋਏਗੀ। ਫਿਰ ਇਹ ਗੈਂਗਸਟਰ ਬਣਨੋਂ ਵੀ ਨਹੀਂ ਹਟਾ ਸਕਦੇ, ਫਿਰ ਇਹ ਨਸ਼ਿਆਂ ਨੂੰ ਨਹੀਂ ਬੰਦ ਕਰ ਸਕਦੇ, ਕਿਸੇ ਚੀਜ਼ ਨੂੰ ਨਹੀਂ ਬੰਦ ਕਰ ਸਕਣਗੇ। ਕਿਉਂਕਿ ਜਿਹੜਾ ਸੌਖਾ ਕੰਮ ਉਹ ਤਾਂ ਕਰਨ ਨੂੰ ਤਿਆਰ ਨਹੀਂ। ਆਹ ਤਾਂ ਜਮਾਂ ਹੀ ਸੌਖਾ ਹੈ ਨਾ, PPSC ਭਰਤੀ ਰੱਦ ਕਰਨੀ। ਇਹ ਕੋਈ ਔਖਾ ਕੰਮ ਨਹੀਂ ਹੈ। ਇਹ ਮੈਂ ਕਿਉਂ ਕਹਿਣਾ, ਇੱਕ ਭਰਤੀ PPSC ਨੇ ਗੜਬੜ ਕਰੀ, ਉਦੋਂ ਤਾਂ PPSC 'ਚ ਇੰਨਾ ਨਹੀਂ ਹੁੰਦਾ ਸੀ, ਇਹਦੇ ਬਾਵਜੂਦ ਗੜਬੜ ਕਰੀ, ਸੁਪਰੀਮ ਕੋਰਟ ਤੱਕ ਜਾ ਕੇ ਉਹ ਸੈਟੀਸਫਾਈਡ ਹੋ ਗਈ। ਜ਼ੋਰ ਲਾ ਲਿਆ ਇਹਨਾਂ ਨੇ, ਸੈਟੀਸਫਾਈਡ ਹੋਈ, PPSC ਨੂੰ ਹੁਕਮ ਆਇਆ ਇਹਨੂੰ ਰੱਦ ਕਰੋ। ਤਾਂ ਮੈਂ ਕਹਿਣਾ ਤੁਹਾਨੂੰ
ਵੀ ਜੇ ਇਹ ਪੀਪੀਐਸਸੀ ਦੀ ਭਰਤੀ ਰੱਦ ਕਰਨਾ ਸਰਕਾਰ ਦੇ ਵਾਸਤੇ ਆ, ਕਿਉਂਕਿ ਸਰਕਾਰ ਨੇ ਆਪਦੇ ਮੰਗੇ ਨੇ। ਸਰਕਾਰ ਕਹੇ ਵੀ ਇਹ ਰੌਲਾ ਪੈ ਗਿਆ, ਇਹ ਹੁਣ ਬੰਦ ਤੇ ਨਾਲ ਇਨਕੁਆਇਰੀ ਕਰਾਵੇ। ਐ ਨਹੀਂ ਕਦੀ ਬੰਦ ਕਰਕੇ ਨਹੀਂ ਸਰਦਾ, ਭਰਤੀ ਬੰਦ ਤੇ ਨਾਲ ਪੜਤਾਲ, ਤਾਂ ਕਿ ਅੱਗੇ ਨੂੰ ਨਾ ਹੋਵੇ। ਕਹਿੰਦੇ ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰੋ। ਮੈਂ ਇਹ ਕਰਕੇ ਦੇਖਿਆ ਵੀ ਜੇ ਤੁਸੀਂ ਇੰਪਰਸੋਨੇਸ਼ਨ ਜਾਣੀ ਕਿ ਦੂਜੀ ਥਾਂ ਬਹਿੰਦਾ, ਤੁਸੀਂ ਪੇਪਰ ਅੰਦਰ ਕਰ ਰਿਹਾ। ਅੱਜ ਮੈਂ ਬਲੂਟੂਥ ਸਾਡਾ ਇੱਕੋ ਫੜਿਆ ਵੀ ਗਿਆ ਤੇ ਉਹ ਸਮੀਤ ਕੇ ਕੀ ਉਹਦਾ ਨਾਂ ਹੈ, ਉਹਦੇ ਤੇ FIR ਵੀ ਦਰਜ ਹੋਈ ਹੈ, ਕੇਸ 'ਚ ਉਹਦੀ ਬੇਲ ਨਹੀਂ ਹੋਈ, ਬਲਕਿ ਸੈਸ਼ਨ ਕੋਰਟ 'ਚ ਲੱਗੀ ਹੋਈ ਹੈ। ਸੰਦੀਪ ਹੈ, ਸੈਸ਼ਨ ਕੋਰਟ 'ਚ ਲੱਗੀ ਹੋਈ ਹੈ ਤੇ ਉਹਦਾ ਜਿਹੜਾ ਹੈਗਾ ਉਹ ਬਲੂਟੂਥ ਟੈਕਨੋਲੋਜੀ ਹੋਰ ਐਗਜ਼ਾਮ 'ਚ ਵਰਤਦਾ ਫੜਿਆ ਗਿਆ। ਉੱਥੋਂ ਦੀ ਜਿਹੜੇ ਇਨਵੈਸਟੀਗੇਸ਼ਨ ਸਟਾਫ ਸੀ ਉਹਨੇ ਉਹਦੀ FIR ਦਰਜ ਕਰਾਈ ਹੈ, ਉਹਦੀ ਕਾਪੀ ਮੇਰੇ ਕੋਲ ਹੈਗੀ ਹੈ। ਸੋ ਇਹ ਜਿਹੜਾ ਤਰੀਕਾ ਹੈ ਵੀ ਤੁਸੀਂ ਦੂਜੇ ਨੂੰ ਬਿਠਾ ਦਿਓ, ਬਾਹਰ ਪੇਪਰ ਭੇਜ ਦਿਓ, ਉੱਥੋਂ ਜਵਾਬ ਅੰਦਰ ਆਈ ਜਾਣ, ਤੁਹਾਨੂੰ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਜਵਾਬ ਉੱਥੋਂ ਆ ਰਹੇ ਨੇ। ਪੇਪਰ ਲੀਕ ਕਰ ਦਿਓ, ਪੇਪਰ ਇੰਨਾ ਔਖਾ ਪਾਓ ਕਿ ਆਮ ਬੰਦੇ ਨੂੰ ਆਵੇ ਨਾ। ਲੋਕ ਕਹਿਣ ਯਾਰ ਪੇਪਰ ਹੀ ਔਖਾ ਸੀ, ਇਹ ਬੜੀ ਹੁਸ਼ਿਆਰ ਹੋਣੇ ਨੇ। ਔਰ ਮੈਂ ਹੁਣ ਕਹਿਣ ਨੂੰ ਤਿਆਰ ਹਾਂ, ਜ਼ਿੰਮੇਵਾਰੀ ਨਾਲ ਕਹਿਣਾ, ਇਹਨਾਂ ਨੂੰ ਬਿਠਾ ਲਓ, ਇਹਨਾਂ ਤੋਂ 12ਵੀਂ ਦੇ ਪੱਧਰ ਦਾ ਪੇਪਰ ਲੈ ਲਓ। ਜੇ ਇਹ ਉਹਦੇ ਵਿੱਚੋਂ 50% ਨੰਬਰ ਲੈ ਗਏ ਤਾਂ ਮੈਂ ਮੰਨਾਂਗਾ ਵੀ ਯਾਰ ਇਹਨਾਂ ਨੂੰ ਕੁਛ ਆਉਂਦਾ ਹੈ। ਇਹਨਾਂ ਨੂੰ ਇਹ ਵੀ ਨਹੀਂ ਆਉਂਦਾ ਹੋਣਾ, ਕਿਉਂਕਿ ਮੇਰਾ ਤਜਰਬਾ ਜੋ ਯੂਨੀਵਰਸਿਟੀ 'ਚ ਜਾਂ ਐਕੈਡੈਮਿਕਸ ਕੰਮ ਕਰਨ ਦਾ, ਮੈਡੀਕਲ ਕਾਲਜਾਂ 'ਚ ਕੰਮ ਕਰਨ ਦਾ, ਮੈਂ ਐਕੈਡੈਮਿਕਸ ਨਾਲ ਹੀ ਡੀਲ ਕਰਦਾ ਰਿਹਾ। ਐਕੈਡੈਮਿਕਸ 'ਚ ਮੈਨੂੰ ਪਤਾ ਵੀ ਲੋਕ ਕਿੰਨਾ ਕੁ, ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਦਾ ਇਸ ਦੀ। ਅਸੀਂ ਟਾਈਪ ਦਾ ਟੈਸਟ ਲਿਆ, ਟੈਸਟ ਹੀ ਹੈ। ਉਹ ਮੈਂ ਜਦ ਪੇਪਰ ਮੇਰੇ ਸਾਹਮਣੇ ਆਏ, ਉਹ ਮੈਂ ਅੱਗੇ ਨਾ ਸ਼ੀਟ ਦੇ ਉੱਤੇ ਜਦੋਂ ਰੋਡਰ 'ਤੇ ਚੜ੍ਹਾਉਂਦੇ ਉਦੋਂ ਸਾਈਨ ਕਰਦਾ ਸੀ। ਉਸ ਦਿਨ ਮੈਂ ਕਿਸੇ ਮੀਟਿੰਗ 'ਚ ਬਿਜ਼ੀ ਸੀ, ਪੇਪਰ ਮੇਰੇ ਸਾਹਮਣੇ ਆਇਆ ਤਾਂ ਇੱਕ ਪੇਪਰ ਮੈਂ ਦੇਖਿਆ 'ਚ ਭੰਨ ਪਿਆ ਹੋਇਆ। ਮੈਂ ਕਿਹਾ ਭੰਨ ਕਿਉਂ ਆ? ਮੈਂ ਦੇਖਿਆ, ਮੈਂ ਨਾਲ ਦੇ ਸਾਰੇ ਬੱਚੇ ਬੈਠੇ। ਮੈਂ ਬੋਲੋ ਵੀ ਆ ਕਿਹਦਾ ਪੇਪਰ ਹੈ? ਚਲੋ ਜੀ, ਮੈਂ ਵੀ ਇਹਨੇ ਕਿਤੋਂ ਹੋਰ ਕਰਾਇਆ, ਥੱਲੋਂ ਕਰਵਾ ਕੇ ਮੰਗਾਇਆ, ਮੈਨੂੰ ਇਹ ਲੱਗਦਾ ਹੈ। ਤੇ ਬੋਲੋ ਇਹਨੂੰ ਆਪਾਂ ਹੁਣ ਇੱਥੇ ਦੁਬਾਰਾ ਲੈ ਲਈਏ? ਕਹਿੰਦੇ ਹਾਂਜੀ ਲੈ ਲਓ। ਉੱਥੇ ਬਿਠਾ ਕੇ ਉਹਦਾ ਪੇਪਰ ਲਿਆ। ਜਿੱਥੇ ਉਹਦੀ ਸਪੀਡ 35 ਦੀ ਆਈ ਹੋਈ ਸੀ ਕਿ ਕਿੰਨੇ ਦੀ, ਉਹ ਸਪੀਡ ਆਈ 3 ਦੀ। ਮੈਂ ਕਿਹਾ ਹੁਣ ਦੁੱਗਣਾ ਟਾਈਮ ਦੇ ਦਈਏ, ਫਿਰ ਕਰ ਲਏ। ਫਿਰ 6 ਦੀ ਆਈ। ਫਿਰ ਉਹਨੇ ਹਾਈ ਕੋਰਟ 'ਚ ਮੁਕੱਦਮਾ ਪਾਤਾ ਸਾਡੇ ਖਿਲਾਫ। ਹਾਈ ਕੋਰਟ ਨੇ ਟੈਸਟ ਲਿਆ, ਫਿਰ ਉੱਥੇ ਫੇਲ ਹੋ ਗਈ। ਮੈਨੂੰ ਮੇਰੇ ਬਾਬੂ ਕਹਿਣ ਲੱਗੇ ਜੀ ਉਹ ਹੁਣ ਹਾਈ ਕੋਰਟ ਟੈਸਟ ਲਊ। ਮੈਂ ਲਓ, ਉੱਥੇ ਕਿਹੜਾ ਇਹਨੇ ਪਾਸ ਹੋਣਾ, ਜਿਹਨੂੰ ਆਉਂਦਾ ਹੀ ਕੁਛ ਨਹੀਂ। ਤੇ ਕਹਿੰਦੇ ਜੇ ਹੋ ਗਈ ਮੈਂ ਫਿਰ ਆਪਾਂ ਲਾ ਦਾਂਗੇ, ਆਪਾਂ ਨੂੰ ਕੀ ਇਤਰਾਜ਼ ਹੈ। ਤੇ ਫਿਰ ਹਾਈ ਕੋਰਟ ਨੇ ਹੁਕਮ ਕਰਦਾ ਵੀ ਤੁਸੀਂ ਆਪ ਟੈਸਟ ਲੈ ਲਓ ਦੁਬਾਰਾ। ਉਹਨਾਂ 'ਚ ਕਿਹਾ 15 ਦਿਨ 'ਚ ਲੈ ਲਓ। ਮੈਂ ਜਦ ਸਾਡੇ ਕੋਲ ਉਹ ਕਹਿੰਦਾ ਜੀ ਇਹ ਹੁਕਮ ਹੋ ਗਿਆ ਤੇ ਆਪਾਂ ਚਿੱਠੀ ਕਰ ਦੇਵਾਂ ਨਾ, ਜਦ ਜੱਜਮੈਂਟ ਆਊ ਉਦੋਂ ਬਾਅਦ। ਜੱਜਮੈਂਟ ਆ ਗਈ। ਮੈਂ ਕਿਹਾ ਹੁਣ ਲਿਖ ਦਿਓ ਇਹਨੂੰ 3 ਹਫ਼ਤੇ ਦਾ ਟਾਈਮ ਦੇ ਦਿਓ। ਕਹਿੰਦੇ ਕਿਉਂ? ਮੈਂ ਕਿਹਾ ਜੀ ਹੋ ਜੂ ਇਹਨੂੰ ਹੁਣ ਵੀ ਨਹੀਂ ਹੋਣਾ। ਉਹ 3 ਹਫ਼ਤੇ ਬਾਅਦ ਵੀ ਉਹਦੀ 10 ਕੇ 12 ਦੀ ਸਪੀਡ ਆਈ। ਤਾਂ ਮੈਂ ਕਹਿਣਾ ਵੀ ਇਹ ਬੰਦਿਆਂ ਨੂੰ ਆਉਂਦਾ ਹੈ ਨਹੀਂ ਕੁਛ। ਇਹ ਕੱਲਾ ਇੱਥੇ ਨਹੀਂ, ਇਹ ਨੁਕਸਾਨ ਕਰਨਗੇ, ਕਿਉਂਕਿ ਲੋਕਾਂ ਨੇ ਰਜਿਸਟਰਿੰਗ ਗਲਤ ਕਰ ਦੇਣਗੇ। ਤਹਿਸੀਲਦਾਰ ਕੋਲ ਪਾਵਰਾਂ ਬਹੁਤ ਨੇ ਨਾ, ਤੇ ਉਹ ਵਿਚਾਰੇ ਆਪਦਾ ਨਾਮ ਲੱਭਦੇ ਫਿਰਨਗੇ, ਨੰਬਰ ਲੱਭਦੇ ਫਿਰਨਗੇ, ਖਸਰਾ ਨੰਬਰ ਲੱਭਦੇ ਫਿਰਨਗੇ। ਇਹਨਾਂ ਦਾ ਕਰਨਾ ਕੀ ਹੈ? ਕਿਉਂਕਿ ਪੈਸੇ ਦੇ ਕੇ ਆਏ ਨੇ, ਆਪ ਤਾਂ ਕੁਛ ਕਰਿਆ ਨਹੀਂ। ਉੱਥੇ ਬਾਬੂ ਨੂੰ ਕਹਿਦਾ ਕਰਨਾ ਵੀ ਇੰਨੇ ਪੈਸੇ ਲੈਣੇ, ਰਜਿਸਟਰ ਸਾਈਨ ਮੇਰੇ ਕਰਾ ਲਈ। ਜਿੰਨੀਆਂ ਹੋ ਗਈਆਂ ਗਿਣ ਕੇ ਪੈਸੇ। ਮੈਂ ਇਹੋ ਜਿਹੇ ਬੰਦਿਆਂ ਨੂੰ ਜਾਣਨਾ, ਸੁਣੇ ਨੇ ਇਹੋ ਜਿਹੇ ਵੀ ਜਿਹੜੇ ਗਿਣ ਕੇ, ਜਿਹੜਾ ਵੀ ਲਾਇਸੈਂਸ ਬਣਾਉਣ ਦੀ ਪਾਵਰ ਹੁੰਦੀ, ਉਹ ਸ਼ਾਮ ਨੂੰ ਗਿਣਦਾ ਕਿੰਨੇ ਲਾਇਸੈਂਸ ਤੇ ਅੱਜ ਮੇਰੇ ਦਸਤਖਤ ਹੋਏ ਨੇ, ਉਹਨੇ ਪੈਸੇ ਦੇ ਦੇਣੇ। ਸੌਦੇਬਾਜ਼ੀ ਹੈ। ਸੋ ਇਹ ਤੋਂ ਰੁਕਣਾ ਚਾਹੀਦਾ। ਪੰਜਾਬ ਦੇ ਭਵਿੱਖ ਨੂੰ ਬਚਾਉਣਾ ਅੱਜ ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ 'ਚ ਹੋਰ ਕਿਸੇ ਦੀ ਕੋਈ ਭੂਮਿਕਾ ਨਹੀਂ ਵੱਡੀ। ਜਦਵੀਰ ਹੁਣ ਤੁਸੀਂ ਅਗਲਾ ਸਟੈਪ ਕੀ ਕਰਨ ਜਾ ਰਹੇ ਹੋ? ਜੇ ਹੁਣ ਵੀ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ, ਇਹ ਭਰਤੀ ਤੇ ਤੁਸੀਂ ਰੋਕ ਲਾਉਣ ਦੀ ਮੰਗ ਕਰਦੇ ਪਏ ਹੋ, ਕੀ ਅਗਲਾ ਸਟੈਪ ਕੀ ਕਰਨ ਜਾ ਰਹੇ ਹੋ? ਸਾਡਾ ਜੀ ਅਗਲਾ ਸਟੈਪ ਇਹੀ ਹੈ ਵੀ ਅਸੀਂ ਹਾਈ ਕੋਰਟ ਜਾਵਾਂਗੇ, ਠੀਕ ਹੈ ਜੀ, ਲੀਗਲ ਚੈਨਲ ਥਰੂ, ਠੀਕ ਹੈ। ਫਿਰ ਜੇ ਅਸੀਂ ਇੱਕ ਪੀਸਫੁਲ ਪ੍ਰੋਟੈਸਟ ਕਰਾਂਗੇ, ਠੀਕ ਹੈ ਨਾ ਜੀ। ਆਪਦੀ ਮੰਗ ਤਾਂ ਹੁਣ ਮਨਾਉਣੀ ਹੈ, ਨਾਲੇ ਇਹ ਮੰਗ ਕੋਈ ਕੋਈ 10-12 ਜਾਣੀ ਤਾਂ ਹੈ ਨਹੀਂ ਗੀ। ਐਡਾ ਵੱਡਾ ਸਕੈਮ ਹੈ ਸਾਹਮਣੇ ਦਿਖਦਾ ਪਿਆ। ਸਾਨੂੰ ਇਸ ਚੀਜ਼, ਹਰ ਉੱਘਾ ਸਮਾਜ ਸੇਵੀ, ਹਰ ਕੈਂਡੀਡੇਟ ਸਾਨੂੰ ਇਸ ਚੀਜ਼ 'ਚ ਸਪੋਰਟ ਕਰ ਰਿਹਾ, ਕਿਉਂਕਿ ਸੱਚਾਈ ਹੈ, ਠੀਕ ਹੈ। ਤੇ ਅਸੀਂ ਕੋਰਟ ਜਾਵਾਂਗੇ, ਤੇ ਜੇ ਸਰ ਕੋਰਟ 'ਚ ਹੀ ਨਿਆਂ ਲੈ ਕੇ ਆ ਕੇ ਅਸੀਂ ਆਪਦੀ ਇਸ ਲੜਾਈ ਨੂੰ ਜਿੱਤਾਂਗੇ ਨਾ, ਫਿਰ ਉਸ ਚੀਜ਼ 'ਤੇ ਫਿਰ ਸਰਕਾਰ ਦੀ ਪਾਰਦਰਸ਼ਤਾ ਕਿੱਥੇ ਜਾਂਦੀ ਹੈ ਜੀ? ਸਰਕਾਰ ਦੀ ਰਿਸਪੌਂਸਿਬਿਲਟੀ ਕਿੱਥੇ ਜਾਂਦੀ ਹੈ? ਬਦਲਾਅ ਵਾਲੀ ਸਰਕਾਰ ਹੈ, ਸਰਕਾਰ ਨਾਲ ਕੋਈ ਤਾਲਮੇਲ ਹੋਇਆ? ਤਾਲਮੇਲ ਹੋਇਆ ਜੀ। ਅਸੀਂ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ ਜਾ ਕੇ ਆਪਦੀਆਂ ਰਿਪਰੈਜ਼ੈਂਟੇਸ਼ਨ ਦਿੱਤੀਆਂ, ਉਹਨਾਂ ਨੂੰ ਈਮੇਲਸ ਕੀਤੀਆਂ, CM ਦੇ ਆਫਿਸ ਈਮੇਲ ਕੀਤੀਆਂ, CM ਦੇ ਆਫਿਸ 'ਚ ਆਪਣੀਆਂ ਚਿੱਠੀਆਂ ਭੇਜੀਆਂ ਜੀ। ਤੇ ਪਰ ਹਜੇ ਤੱਕ ਸਾਨੂੰ ਇੱਕ ਚੀਜ਼ ਹੋਈ ਸੀ ਕਿ ਨਾਇਬ ਤਹਿਸੀਲਦਾਰ ਦੇ ਮੁੱਦੇ ਦੇ ਉੱਤੇ CM ਸਾਹਿਬ ਨੇ ਇੱਕ ਮੀਟਿੰਗ ਕੀਤੀ ਸੀ, ਓਫੀਸ਼ੀਅਲ ਮੀਟਿੰਗ, ਐਂਡ ਜਿਹਦੇ ਵਿੱਚ ਕਿ DGP ਪੰਜਾਬ ਨੂੰ, ਚੀਫ ਸੈਕਟਰੀ, FCRA, PPSC ਚੇਅਰਮੈਨ ਸਾਰਿਆਂ ਨੂੰ ਸੰਮਨ ਕੀਤਾ ਸੀ ਵੀ ਤੁਸੀਂ ਇਸ ਮੀਟਿੰਗ ਵਿੱਚ ਪਹੁੰਚਣਾ ਹੈ। ਉਸ ਮੀਟਿੰਗ 'ਚ ਕੀ ਹੋਇਆ ਉਹਦਾ ਵੀ ਹਜੇ ਕੋਈ ਸਰਕੂਲਰ, ਕੋਈ ਰਿਜ਼ਲਟ ਬਾਹਰ ਨਹੀਂ ਆਇਆ ਕਿ ਮੀਟਿੰਗ ਵਿੱਚ ਕੀ ਹੋਇਆ। ਤੇ ਹਜੇ ਤੱਕ ਤਾਂ ਵੀ ਸਾਨੂੰ ਉਸ ਚੀਜ਼ ਦਾ ਕੋਈ ਹੋਪ ਨਹੀਂ ਹੈਗੀ ਵੀ ਕੀ ਹੋ ਰਿਹਾ ਕੀ ਨਹੀਂ। ਪਰ ਅਸੀਂ ਉਮੀਦ ਸਾਨੂੰ ਸਭ ਤੋਂ ਪਹਿਲਾਂ ਸਰਕਾਰ ਤੇ ਹੈ, ਕਿਉਂਕਿ ਜੋ ਸਰਕਾਰ ਚਾਹੇ ਤਾਂ ਸੱਚਾਈ ਉੱਤੇ 1 ਮਿੰਟ 'ਚ ਅਮਲ ਕਰਕੇ ਨਾ ਇਸ ਚੀਜ਼ ਨੂੰ ਕੁਝ ਵੀ ਕਰ ਸਕਦੀ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਕਿ ਕੈਂਡੀਡੇਟ ਨੇ ਸਾਡੇ ਨਾਲ ਪਿਆਰੇ ਲਾਲ ਗਰਗ ਜੀ, ਉਹਨਾਂ ਨੇ ਵੀ ਗੱਲਬਾਤ ਕੀਤੀ ਹੈ। ਤੁਸੀਂ ਦੇਖ ਸਕਦੇ ਹੋ ਵੀ ਇੱਕੋ ਪਾਸੇ ਤਹਿਸੀਲਾਂ ਜਿਹੜੀਆਂ ਲਿਖੀਆਂ ਮੂਣਕ ਸਮਾਣਾ ਪਾਤੜਾ ਹਰਿਆਣਾ, ਮੂਣਕ ਹਰਿਆਣਾ ਪਾਤੜਾ। ਸੋ ਪੇਪਰ ਹੋਇਆ ਆ ਨਾਇਬ ਤਹਿਸੀਲਦਾਰ ਦੀ ਭਰਤੀ ਦਾ, ਪਰ ਉਹਦੇ ਵਿੱਚ ਸਕੈਮ ਖੜਾ ਹੋ ਗਿਆ ਹੈ। ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ। ਕਿਹੜੇ ਤੱਥ ਅੱਗੇ ਸਾਹਮਣੇ ਆਉਂਦੇ ਨੇ ਵੀ ਕਿਵੇਂ ਉਹ ਜਿਹੜੇ
ਇਹ ਅੰਕੜੇ ਅੱਗੇ ਆਏ ਨੇ ਵੀ ਇੱਕੋ ਏਰੀਏ ਦੇ ਉਹ ਨੌਜਵਾਨਾਂ ਨੂੰ, ਉਹਨਾਂ ਵਿਦਿਆਰਥੀਆਂ ਨੂੰ ਪਾਸ ਕੀਤਾ ਗਿਆ ਆ ਤਹਿਸੀਲਦਾਰ ਬਣਾਉਣ ਵਾਸਤੇ, ਨਾਇਬ ਤਹਿਸੀਲਦਾਰ ਬਣਾਉਣ ਵਾਸਤੇ। ਪਰ ਹੁਣ ਇਹ ਵੀ ਜਿਹੜੇ ਕੈਂਡੀਡੇਟ ਨੇ ਇਹ ਵੀ ਹਾਈ ਕੋਰਟ ਦਾ ਰੁਖ ਕਰ ਰਹੇ ਨੇ। ਪੰਜਾਬ ਸਰਕਾਰ ਨਾਲ ਵੀ ਇਹਨਾਂ ਦਾ ਤਾਲਮੇਲ ਚੱਲਦਾ ਹੈ। ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੀ ਇਹਦੇ ਉੱਪਰ ਇਨਕੁਆਇਰੀ ਹੁੰਦੀ ਹੈ ਤੇ ਦੋਸ਼ੀ ਕਦੋਂ ਤੱਕ ਫੜੇ ਜਾਂਦੇ ਨੇ। ਕੈਮਰਾਮੈਨ ਸ਼ਰਦ ਦੇ ਨਾਲ ਹਰਜੀਤ ਮਠਾੜੂ, ਦਾਸ ਅਮਰ ਨਿਊਜ਼, ਚੰਡੀਗੜ੍ਹ।